ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇਸ ਸ਼ਬਦ ਵਿੱਚ ਬ੍ਰਹਮ ਗਿਆਨ ਦੀ ਅਵਸਥਾ ਦੀ ਗੱਲ ਕਰਦੇ ਹੈ, ਉਹਦੀ ਵਿਧੀ ਸਮਝਾਉਂਦੇ ਹੈ, ਉਹਦਾ ਮੈਥਡ ਦੱਸਦੇ ਹੈ, ਕੀ ਖਿਆਲ ਵਿੱਚ ਰੱਖਣਾ ਹੈ ਉਹ ਸਮਝਾਉਂਦੇ ਹੈ। ਸਭ ਤੋਂ ਪਹਿਲੀ ਪੰਕਤੀ ਵਿੱਚ ਮਹਾਰਾਜ ਸੰਨਿਆਸ ਦੀ ਗੱਲ ਕਰਦੇ ਹੈ। ਅਸੀਂ ਸੰਨਿਆਸ ਨੂੰ ਅਗਰ ਜਾਣੀਏ ਤੇ ਇਸ ਤਰ੍ਹਾਂ ਹੀ ਜਾਣਦੇ ਹਾਂ ਕਿ ਜਿਹੜਾ ਪਹਾੜਾਂ 'ਚ ਗਿਆ, ਜਿਹਨੇ ਦੁਨੀਆ ਛੱਡ ਦਿੱਤੀ, ਕਿ ਸਾਹਿਬ ਸਾਨੂੰ ਬ੍ਰਹਮ ਗਿਆਨ ਦੀ ਕਿਹੜੀ ਅਵਸਥਾ ਵੱਲ ਤੋਰਨਾ ਚਾਹੁੰਦੇ ਨੇ, ਕੀ ਆਦੇਸ਼ ਕਰਦੇ ਹੈ। ਸੰਨਿਆਸ ਸ਼ਬਦ ਨੂੰ ਅਗਰ ਮੈਂ ਡਿਫਾਈਨ ਕਰਨਾ ਹੋਏ ਤੇ ਮੈਂ ਇਹਨੂੰ ਇਸ ਤਰ੍ਹਾਂ ਕਹਾਂਗਾ ਕਿ ਸੁਨ ਮੇ ਆਸਨ। ਸੰਨਿਆਸ ਸ਼ਬਦ ਦੇ ਵੈਸੇ ਕਈ ਡੈਫੀਨੇਸ਼ਨ ਬਣਦੀ ਹੈ, ਪਰ ਇਹਦਾ ਅਧਿਆਤਮ ਮੀਨਿੰਗ ਸੁਨ ਕਿਹੜਾ ਹੋਇਆ। ਗੁਰੂ ਅਰਜਨ ਸਾਹਿਬ ਸ਼ਬਦ ਵਿੱਚ ਆਦੇਸ਼ ਕਰਦੇ ਹੈ ਸੁਖਮਨੀ ਸਾਹਿਬ ਵਿੱਚ, ਸੁਨ ਸਮਾਦ ਨਾਮ ਰਸ ਮਾਤੇ, 8 ਪਹਿਰ ਜਨ ਹਰ ਹਰ ਜਪੇ। ਸੁਨ ਸਮਾਦ, ਮੈਨੂੰ ਲੱਗਦਾ ਕਿ ਮੇਰੇ ਵਿਚਾਰ ਅਵਸਥਾ ਤੇ ਇਹਦਾ ਆਰੰਭ ਹੈ। ਸੁਨ ਸਮਾਦ ਵਿੱਚ ਦਾ ਮਤਲਬ ਹੈ ਕਿ ਅਧਿਆਤਮ ਦਾ ਉਹ ਸਿਖਰ ਜਿੱਥੇ ਵਧੇ ਹੋਣ ਤੋਂ ਪਹਿਲਾਂ ਦੀ ਅਵਸਥਾ ਹੈ, ਪ੍ਰਗਟ ਸਮਾਧੀ ਅਵਸਥਾ ਜਿਸਨੂੰ ਕਹੀ ਜਾਂਦੀ ਹੈ, ਔਰ ਇਕਾਗਰ ਮਨ, ਨਿਊਟਰਲ ਮਾਈਂਡ ਨਹੀਂ, ਮਨ ਸਮਝ। ਹੁਣ ਸੰਨਿਆਸੀ ਜਦੋਂ ਦੁਨੀਆ ਛੱਡ ਕੇ ਜਾਂਦਾ ਹੈ, ਯੋਗੀ, ਤਾਂ ਉਹਦੇ ਮਨ ਦੁਨੀਆ ਦੀ ਸਾਰੀ ਪਦਾਰਥਾਂ, ਤਾਂ ਕਿ ਮੈਂ ਅਧਿਆਤਮ ਦੇ ਸਿਖਰ ਵਿੱਚ ਜਾ ਸਕਾਂ। ਪਦਾਰਥਾਂ ਤੋਂ ਤੋੜਨ ਲਈ ਫਿਜ਼ੀਕਲ ਡਿਸਟੈਂਸ ਰੈਲੇਵੈਂਟ ਨਹੀਂ ਹੈ, ਜਿਵੇਂ ਅਗਰ ਮੈਂ ਨਹੀਂ ਕਰਨਾ, ਪਰ ਬਾਅਦ ਦਫਾ ਹੋਏਗਾ ਡਿਸਟੈਂਸ ਮੇਕਸ ਦ ਹਾਰਟ ਗਰੋ ਫੌਂਡਰ। ਜਿਸ ਨੂੰ ਅਸੀਂ ਅਵੋਇਡ ਕਰਨ ਨਿਕਲਾਂਗੇ ਉਹ ਜ਼ਿਆਦਾ ਗਹਿਨ ਰੂਪ ਵਿੱਚ ਸਾਹਮਣੇ ਆਈ, ਉਹਦੇ ਨਾਲ ਸਾਡਾ ਧਿਆਨ ਜਿਹੜਾ ਹੈ ਉਹ ਸਾਡੀ ਪਦਾਰਥ ਵੱਲ ਜਾਏ। ਮਹਾਰਾਜ ਦੱਸਦੇ ਹੈ ਕਿ ਮਨ ਨੂੰ ਤੋੜਨ ਲਈ ਮਨ ਸਾਧਨਾ ਹੈ। ਇਹ ਪ੍ਰੋਬਲਮ ਇਸ ਦੀ ਨਹੀਂ ਹੈ ਕਿ ਅਸੀਂ ਕਿੱਥੇ ਬੈਠੇ ਹਾਂ। ਤਾਂ ਮਹਾਰਾਜ ਸਾਨੂੰ ਸਮਝਾ ਰਹੇ ਹੈ ਕਿ ਸੰਨਿਆਸ ਦਾ ਮਤਲਬ ਹੈ ਅਸੀਂ ਮਨੂ ਪਦਾਰਥ, ਜਿਹੜੇ ਵਿਗਨ ਪਦਾਰਥ ਬਣ ਗਏ, ਐਕਚੁਅਲੀ ਪਦਾਰਥ ਵਿਗਨ ਨਹੀਂ ਹਨ। ਅਸੀਂ ਪਦਾਰਥ ਦੇ ਧਿਆਨ ਦੇ ਵਿੱਚ ਅਸਲ ਧਿਆਨ ਛੱਡ ਦਿੰਦੇ ਹਾਂ। ਉਹ ਇਸ਼ੂ ਗੁਰੂ ਸਾਹਿਬ ਜਿਹੜਾ ਸਮਝਾ ਰਹੇ ਹੈ ਕਿ ਪਦਾਰਥ ਜਿਹੜਾ ਹੈ ਉਹ ਐਕਚੁਅਲੀ ਪ੍ਰੋਬਲਮ ਨਹੀਂ ਹੈ, ਨਾ ਉਹਦਾ ਡਿਸਟੈਂਸ ਪ੍ਰੋਬਲਮ ਹੈ, ਬਟ ਅਸੀਂ ਉਹਨਾਂ ਪਦਾਰਥਾਂ ਕਰਕੇ ਆਪਣੇ ਅੰਤਰ ਵਿੱਚ ਜਾਣਾ ਛੱਡ ਦਿੰਦੇ ਹਾਂ। ਇਹ ਇਸ਼ੂ, ਇਹ ਪ੍ਰੋਬਲਮ ਬਣਦਾ ਹੈ। ਮਹਾਰਾਜ ਇਹ ਸਾਨੂੰ ਪ੍ਰੇਰ ਰਹੇ ਹੈ ਕਿ ਸੰਨਿਆਸ ਜਿਹੜਾ ਹੈ ਉਹ ਜਿੱਥੇ ਤੁਸੀਂ ਹੋ, ਜੋ ਕਰ ਰਹੇ ਹੋ, ਉਸੇ ਜਗ੍ਹਾ, ਉਸੇ ਸਥਾਨ, ਉਸੇ ਕਰਮ ਨੂੰ ਕਰਦੇ ਹੋਏ ਹੋ ਸਕਦਾ ਹੈ, ਪ੍ਰੋਵਾਈਡਡ ਕਿ ਅਸੀਂ ਮਨ ਵਿੱਚ ਉਦਾਸੀ ਰੱਖੀਏ। ਆਪਣਾ ਫੋਕਸ ਮਨ ਜਿਹੜਾ ਹੈ ਉਹਦਾ ਧਿਆਨ ਉਸ ਗੋਲ ਵੱਲ ਰੱਖੀਏ ਜਿਸ ਗੋਲ ਨੂੰ ਅਸੀਂ ਅਧਿਆਤਮ ਦਾ ਸਿਖਰ ਜਾਣ ਲਿਆ। When we have made up our mind or we have understood, ਇਹ ਉਦਾਸੀ ਆਏਗੀ ਕਿਸ ਤਰ੍ਹਾਂ? ਇਹ ਉਦਾਸੀ ਅਸਲ ਵਿੱਚ ਤਾਂ ਹੀ ਆਏਗੀ ਜਦੋਂ ਅਸੀਂ ਜਾਣ ਲਵਾਂਗੇ ਕਿ ਦੁਨੀਆ ਦੇ ਪਦਾਰਥ ਵਿੱਚ ਉਹ ਸੁੱਖ ਨਹੀਂ ਜਿਹੜਾ ਅਸੀਂ ਭਾਲਦੇ। ਅਗਰ ਅਸੀਂ ਇਹ ਸੋਚਾਂਗੇ ਕਿ ਸਾਨੂੰ ਇਹ ਭਰੋਸਾ ਹੋਏਗਾ ਕਿ ਜਿਹੜਾ ਸੁੱਖ ਅਸੀਂ ਭਾਲ ਰਹੇ ਹਾਂ ਉਹ ਦੁਨੀਆ ਤੋਂ ਲੱਭ ਜਾਏਗਾ, ਤਾਂ ਉਹ ਫਿਰ ਸਾਡਾ ਉਦਾਸੀ ਨਹੀਂ ਹੋਏਗਾ ਮਨ। ਸਾਡਾ ਮਨ ਉਦਾਸ ਦੁਨੀਆ ਵੱਲ ਹੀ ਲੱਭਦਾ ਰਹੇਗਾ। ਇਹ ਗਿਆਨ ਸਾਨੂੰ ਕਿੱਥੋਂ ਆਏਗਾ ਕਿ ਦੁਨੀਆ ਵਿੱਚ ਉਹ ਸੁੱਖ ਨਹੀਂ ਹੈ। ਪਰਸੋਂ ਇੱਕ ਸ਼ਬਦ ਅਸੀਂ ਜਿਹੜਾ ਅਭਿਆਸ ਕੀਤਾ ਸੀ, ਉਹਦੇ ਵਿੱਚ ਇੱਕ ਲਾਈਨ ਮਹਾਰਾਜ ਨੇ ਦੱਸੀ ਕਿ ਰੱਬ ਦੇ ਬਿਨਾਂ ਅਗਰ ਕਿਸੇ ਦਾ ਵੀ ਧਿਆਨ ਕਰਾਂਗੇ ਤੇ ਉਹ ਗੱਲ ਜਿਹੜੀ ਕੱਚੀ ਹੈ। ਬਿਨ ਗੋਬਿੰਦ ਅਵਰ ਜੇ ਚਾਹੂੰ ਦੀਸੇ ਸਗਲ ਬਾਤ ਹੈ ਖਾਂ। ਪਰ ਇਹ ਮੇਰਾ ਐਕਸਪੀਰੀਅੰਸ ਨਹੀਂ ਹੈ, ਗੁਰੂ ਸਾਹਿਬ ਕਹਿ ਰਹੇ ਹੈ। ਮੈਨੂੰ ਨਹੀਂ ਇਹ ਲੱਗਦਾ। ਜਦੋਂ ਮੈਨੂੰ ਲੱਗੇਗਾ ਤੇ ਫਿਰ ਕੋਈ ਕੌਨਫਲਿਕਟ ਨਹੀਂ ਹੈ। This is not my realization. This is what Shabad is saying. If I don't realize this, then I will never be able to come to the same conclusion as the Shabad is giving me. ਕਿਉਂਕਿ ਉਹ ਮੇਰਾ ਅਭਿਆਸ ਹੀ, ਮੇਰਾ ਉਹ ਐਕਸਪੀਰੀਅੰਸ ਹੈ ਨਹੀਂ। ਮੇਰਾ ਐਕਸਪੀਰੀਅੰਸ ਕੁਛ ਉਲਟ ਕਹਿ ਰਿਹਾ ਹੈ ਕਿ ਮੈਨੂੰ ਤਾਂ ਇੱਥੇ ਹੀ ਸੁੱਖ ਮਿਲੇਗਾ, ਇੱਥੇ ਇਹਨਾਂ ਰਿਲੇਸ਼ਨਸ਼ਿਪਸ ਵਿੱਚੋਂ ਮਿਲੇਗਾ, ਜਾਂ ਇਸ ਸਟੇਟਸ ਚੋਂ ਮਿਲੇਗਾ, ਜਾਂ ਇਸ ਵੈਲਥ ਚੋਂ ਮਿਲੇਗਾ,
ਜਾਂ ਇਸ ਪਾਵਰ ਚੋਂ ਮਿਲੇਗਾ। ਇਹ ਕੁਝ 3-4 ਚੀਜ਼ਾਂ ਨੇ। ਤਾਂ ਇਹਨੂੰ ਅਸੀਂ ਫਿਰ ਰੀਅਲ ਕਿਸ ਤਰ੍ਹਾਂ ਕਰੀਏ? ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਆਦੇਸ਼ ਕਰਦੇ ਹੈ ਕਿ ਸੁੱਖ ਔਰ ਦੁੱਖ ਨੂੰ ਤੁਸੀਂ ਬਰਾਬਰ ਜਾਣੋ। ਜੀਵਨ ਵਿੱਚ ਅਸੀਂ ਫਰਜ਼ ਕਰੋ ਇਹ ਡਿਸਾਈਡ ਕਰ ਲਿਆ ਕਿ ਜੀਵਨ ਚੋਂ ਸਾਨੂੰ ਉਹ ਮਿਲਣਾ ਹੈ, ਤੇ then we invest our energy in life, in the physical, in the relationships, in the physical aspects of what is around us, and in the status in society or whatever. ਮਹਾਰਾਜ ਦੱਸਦੇ ਆ ਕਿ ਫਿਰ ਅਗਰ ਮਹਾਰਾਜ ਦੀ ਗੱਲ ਸੱਚੀ ਹੈ, ਇਹਦਾ ਮਤਲਬ ਇਹਦੇ ਚੋਂ ਫਿਰ ਦੁੱਖ ਆਏਗਾ, ਫਿਰ ਸਾਨੂੰ ਪੇਨ ਆਏਗੀ, ਸੁੱਖ ਦੀ ਜਗ੍ਹਾ ਦੁੱਖ ਆਏਗਾ। ਇਸ ਸਾਰੀ ਗੱਲ ਦੀ ਪ੍ਰੋਬਲਮ ਜੜ ਕਿੱਥੇ ਅੜਦੀ ਹੈ ਕਿ ਅਸੀਂ ਹਿਊਮਨ ਬੀਇੰਗਸ ਵੀ have taught ourselves to avoid pain. ਅਸੀਂ ਆਪਣੇ ਆਪ ਨੂੰ ਸਿਖਾ ਦਿੱਤਾ ਕਿ ਜਦੋਂ ਦੁੱਖ ਆਏ ਤੇ ਉਹਨੂੰ ਅਵੋਇਡ ਕਰੋ, ਜਾਂ ਉਸਨੂੰ ਉਹਦੀ ਐਕਸਪੀਰੀਅੰਸ ਨੂੰ ਨੇਗੇਟ ਕਰ ਦਿਓ। ਉੱਥੇ ਦੁੱਖ ਹੈਗਾ, ਪਰ ਜਦੋਂ ਅਸੀਂ ਉਹਦਾ ਮੈਸੇਜ ਹੀ ਨਾ ਲਈਏ, ਜਦੋਂ ਅਸੀਂ ਉਹਦੇ ਮੈਸੇਜ ਨੂੰ ਰਿਸੀਵ ਹੀ ਨਾ ਕਰੀ, ਕੁਝ ਨਹੀਂ ਸਿਖਾਏਗਾ। ਦਿਸ ਇਜ਼ ਵਾਟ ਹੈਪਨਸ, ਵੀ ਐਜ਼ ਹਿਊਮਨ ਬੀਇੰਗਸ ਅਵੋਇਡ ਪੇਨ। ਤਾਂ ਗੁਰੂ ਮਹਾਰਾਜ ਕਹਦੇ ਕਿ ਬਈ सुख दुख को तुम सम कर जानो और मान अपमाना। ਇਹ ਸਿਰਫ ਗਾਈਡੈਂਸ ਨਹੀਂ ਹੈ, ਸੱਤ ਹੈਗਾ ਦੁਨੀਆ ਦਾ ਕਿ ਜਦੋਂ ਸੁੱਖ ਨੂੰ ਲੱਭਣ ਜਾਵਾਂਗੇ ਤੇ ਦੁੱਖ ਨਾਲ ਆਏਗਾ ਉਹਦੇ। ਤਾਂ ਜਦੋਂ ਸਾਨੂੰ ਦੁੱਖ ਆਉਂਦਾ ਹੈ, ਫਿਰ ਅਸੀਂ ਦੁੱਖ ਨੂੰ ਅਵੋਇਡ ਕਰਨਾ ਆਪਣਾ ਐਕਸਪੀਰੀਅੰਸ बढ़ा ਲੈਂਦੇ ਆ ਕਿ we have learned how to avoid and distract our mind when pain comes to us, because we avoid pain. ਤੇ ਜਦੋਂ ਸਾਨੂੰ ਦੁੱਖ ਕੁਝ ਸਿਖਾਉਣ ਆਇਆ ਔਰ ਅਸੀਂ ਦੁੱਖ ਨੂੰ ਰਿਸੀਵ ਹੀ ਨਹੀਂ ਕੀਤਾ, ਉਹਨੂੰ ਡਿਸਟਰੈਕਟ ਕਰਤਾ, ਔਰ ਉਹ ਆਪਣੀ ਜਗ੍ਹਾ ਸਾਡੇ ਮਨ ਦੇ ਵਿੱਚ ਬੈਠ ਗਿਆ ਔਰ ਉਹਨੇ ਸਿਖਾਇਆ ਨਹੀਂ, ਤੇ ਇੱਕ ਤਾਂ ਉਹ ਬੋਝ ਬਣ ਗਿਆ ਮਨ ਦਾ, ਇੱਕ ਮਨ ਦੀ ਡਾਇਕੋਟਮੀ ਬਣ ਗਿਆ। ਦੂਸਰਾ ਉਹ ਹੁਣ ਉਹਦਾ ਜੋ ਮੈਸੇਜ ਹੈ ਲਾਈਫ ਬਾਰੇ, what it is trying to teach us about life, we don't learn that. So we don't really know that we went seeking happiness and we have got unhappiness and pain, and that where we went looking is the wrong place. That message doesn't come to us because we avoid the repercussions of what we look for. ਅਸੀਂ ਕੋਈ relationship accept ਕੀਤੀ, ਸਾਨੂੰ ਕਿਹਾ, ਸਾਨੂੰ ਲੱਗਿਆ this is going to give me a lot of happiness, this is going to take me to heaven, and then when ultimately it results in pain, then we avoid that pain, or we blame the situation, distract our mind, and do not absorb that message which is there of pain. So jad Guru Sahib da ਇਹ ਕਹਿਣਾ ਕਿ ਬਿਨ ਗੋਬਿੰਦ ਅਵਰ ਜੇ ਚਾਹੋ ਦੀਸੇ ਸਗਲ ਬਾਤ ਹੈ ਖਾਮ, ਤੇ ਫਿਰ ਉਹ ਸਾਨੂੰ ਸਮਝ ਨਹੀਂ ਆਉਂਦੀ ਕਿਉਂਕਿ ਉਹ ਮੇਰਾ ਆਪਣਾ ਐਕਸਪੀਰੀਅੰਸ ਨਹੀਂ ਬਣਦਾ। ਮੈਂ ਬਾਰ-ਬਾਰ ਇਹੀ ਗਲਤੀ ਰਿਪੀਟਿਟਿਵਲੀ ਕਰਦਾ ਜਾਂਦਾ, ਭਾਵੇਂ ਉਹ ਰਿਲੇਸ਼ਨਸ਼ਿਪਸ ਹੈ, ਭਾਵੇਂ ਉਹ ਕਰੀਅਰ ਹੈ, ਭਾਵੇਂ ਉਹ ਲਾਈਫ ਦੇ ਵਿੱਚ ਹੋਰ ਓਪਰਚੁਨਿਟੀਜ਼ ਨੇ। ਔਰ ਐਕਚੁਅਲੀ ਅਗਰ ਇਸ ਨੂੰ ਵਿਚਾਰੀਏ ਤਾਂ ਡੈਥ ਸਾਡੀ ਅਲਟੀਮੇਟ ਪੇਨ ਹੈ। ਅਸੀਂ ਡੈਥ ਨੂੰ ਅਵੋਇਡ ਕਰਦੇ ਹਾਂ, ਡੈਥ ਦੀ ਡਿਸਕਸ਼ਨ ਅਵੋਇਡ ਕਰਦੇ ਹਾਂ, ਡੈਥ ਦੀ ਹਰ ਐਕਸਪੀਰੀਅੰਸ ਲਾਈਫ ਦਾ ਜਿਹੜਾ ਪੇਨਫੁਲ ਹੋਏਗਾ ਨਾ, ਉਹ ਡੈਥ ਦਾ ਰਿਫਲੈਕਸ਼ਨ ਹੋਏਗਾ ਕਿਸੇ ਤਰ੍ਹਾਂ। ਸਪੋਜ਼ ਕੋਈ ਰਿਲੇਸ਼ਨਸ਼ਿਪ ਸਾਡੇ ਲਾਈਫ 'ਚ ਐਂਡ ਹੋਇਆ, ਸਾਡਾ ਕੋਈ ਰਿਲੇਟਿਵ ਪਾਸ ਅਵੇ ਹੋ ਗਿਆ, ਪਾਰਟ ਆਫ ਮੀ ਹੈਜ਼ ਗੋਨ, ਜੋ ਮੇਰਾ ਡਿਫਾਈਨਡ, ਜਿਸਨੂੰ ਕਹਿੰਦੇ ਕੰਡੀਸ਼ਨਡ ਮਾਈਂਡ ਸੀ, ਜਿਹਦੇ 'ਚ ਮੈਨੇ ਡਿਫਾਈਨ ਕੀਤਾ ਸੀ ਵੀ ਮੇਰੇ ਇਹ ਫਾਦਰ ਹੈ, ਮਦਰ ਹੈ, ਇਹ ਬੱਚੇ ਨੇ, ਇਹ ਵਾਈਫ ਹੈ, ਇਹ ਫਰੈਂਡਸ ਨੇ, ਇਹ ਮੇਰਾ ਆਲਾ ਦੁਆਲਾ ਹੈ, ਇਹ ਰਿਲੇਸ਼ਨਸ਼ਿਪਸ ਨੇ, ਸਾਰੇ ਜਿਤਨੇ ਮੈਂ ਆਪ ਡਿਫਾਈਨ ਕੀਤੇ, ਇਹਨਾਂ ਨੂੰ ਮੈਂ ਐਨਰਜੀ ਦਿੱਤੀ, ਇਹਨਾਂ 'ਚ ਮੈਂ ਐਨਰਜੀ ਪਾਈ, ਫਿਰ ਇਹਨਾਂ 'ਚ ਕੋਈ ਅਗਰ ਮੇਰੇ ਨੂੰ ਛੁਟਕਾਰਾ ਹੋ ਗਿਆ ਕਿਉਂਕਿ ਛੁੱਟ ਗਿਆ ਮੈਂ, somebody passes away, ਫਿਰ ਉਹ ਜਿਹੜੀ ਮੀਟਿੰਗ ਸੀ, ਐਕਚੁਅਲੀ ਤਾਂ ਹਰ ਮੀਟਿੰਗ ਦੇ ਅੰਦਰ ਸੈਪਰੇਸ਼ਨ ਆ ਲਿਖੀ ਹੈ। ਲਾਈਫ ਦੇ ਵਿੱਚ ਕੋਈ ਵੀ ਮੀਟਿੰਗ ਹੋਏਗੀ, ਕੋਈ ਵੀ ਮਿਲਾਪ ਹੋਏਗਾ, ਅਦਰ ਦੈਨ ਗੁਰੂ ਐਂਡ ਸਿੱਖ, ਗੁਰੂ ਔਰ ਸਿੱਖ ਦੇ ਇਲਾਵਾ ਕੋਈ ਵੀ ਰਿਸ਼ਤਾ ਹੋਏਗਾ ਉਹ ਕਾਲ ਦੇ ਅੰਦਰ ਹੈ, ਜਾਂ ਫਿਰ ਬ੍ਰਹਮ ਗਿਆਨੀ ਹੋਣ, ਉਹ ਕਾਲ ਤੋਂ ਪਰੇ ਹੈ। ਬਾਕੀ ਸਭ ਰਿਲੇਸ਼ਨ ਕਾਲ ਦੇ ਅੰਦਰ ਨੇ। ਤਾਂ ਉਹਦੇ ਨਾਲ ਫਿਰ ਕੀ ਹੁੰਦਾ ਹੈ, ਫਿਰ ਸਾਨੂੰ ਲੱਗਦਾ ਹੈ ਕਿ ਦੇਖੋ ਹਾਊ painful it is, how tragic it is, and we distract ourselves. We don't tell ourselves that this is the reality of every relationship. This will happen in every situation which we have committed ourselves to, which is time bound, space bound, or
causation bound. ਜਦੋਂ ਉਹ ਸਿਚੁਏਸ਼ਨ ਚੇਂਜ ਹੋਣਗੀਆਂ, ਉਹ ਜਿਹੜਾ ਸੁੱਖ ਆ ਉਹ ਦੁੱਖ 'ਚ ਬਦਲੀ ਹੋਣਾ ਹੀ ਹੋਣਾ। ਤਾਂ ਅਸੀਂ ਪੇਨ ਨੂੰ ਅਵੋਇਡ ਕਰਦੇ ਹਾਂ, ਡੈਥ ਨੂੰ ਅਵੋਇਡ ਕਰਦੇ ਹਾਂ, ਇਸ ਕਰਕੇ ਸਾਨੂੰ ਡੈਥ ਦਾ ਵੀ ਗਿਆਨ ਨਹੀਂ ਹੈ। ਇਹਦਾ ਕੀ ਮਤਲਬ ਹੈ? ਮੈਨੂੰ ਮੌਤ ਆਈ ਤੇ ਮੈਂ ਮੌਤ ਨੂੰ ਅਵੋਇਡ ਕੀਤਾ ਕਿ ਮੈਂ ਮੌਤ ਨੂੰ ਦੇਖਾਂ ਨਾ, ਮੌਤ ਨੂੰ ਫੇਸ ਨਾ ਕਰਾਂ, ਤਾਂ ਫਿਰ ਮੈਨੂੰ ਇਹ ਪਤਾ ਹੀ ਨਹੀਂ ਕਿ ਮੌਤ ਦਰਅਸਲ ਹੈ ਕੀ, ਮੌਤ ਦਾ ਨੇਚਰ ਕੀ ਹੈ। ਤੇ ਭਗਤ ਕਬੀਰ ਦੀ ਬਾਣੀ ਹੈ, ਜਦੋਂ ਉਹ ਕਹਿੰਦੇ ਹੈ ਕਿ ਮਰਤਾ ਮਰਤਾ ਜਗ ਮੁਆ ਮਰ ਵੀ ਨਾ ਜਾਣੇ ਕੋਈ, ਐਸੀ ਮਰਨੀ ਜੋ ਮਰੇ ਭੌਰ ਨਾ ਮਰਨਾ ਹੋਏ। ਤਾਂ ਸਾਡੀ ਇਹ ਪ੍ਰੈਕਟਿਸ ਜਿਹੜੀ ਹੈ ਕਿ ਅਸੀਂ ਪੇਨ ਨੂੰ ਅਵੋਇਡ ਕਰਨਾ ਹੈ, ਇਹ ਪ੍ਰੈਕਟਿਸ ਐਕਚੁਅਲੀ ਮੌਤ ਵਾਸਤੇ ਤਿਆਰੀ ਹੈ ਸਾਡੀ, ਜਿਹਦੇ 'ਚ ਮਰ ਵੀ ਨਾ ਜਾਣੇ ਕੋਈ, ਜਿਹਦੇ 'ਚ ਅਸੀਂ ਜਾਣਦੇ ਹੀ ਨਹੀਂ ਮੌਤ ਹੈ ਕੀ। ਪਰ ਜਿਹੜਾ ਮੌਤ ਨੂੰ ਫੇਸ ਕਰਦਾ ਹੈ, ਪੇਨ ਨੂੰ ਐਕਸੈਪਟ ਕਰਦਾ ਹੈ, ਜਿਸ ਤਰ੍ਹਾਂ ਸੁੱਖ ਨੂੰ ਐਕਸੈਪਟ ਕਰਦੇ ਹਾਂ ਅਸੀਂ, ਤਾਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸੁੱਖ ਦੁੱਖ ਕੋ ਤੁਮ ਸਮ ਕਰ ਜਾਣੋ। ਉਸੇ ਤਰ੍ਹਾਂ ਰਿਸੀਵ ਕਰੋ ਜਿਵੇਂ ਸੁੱਖ ਨੂੰ ਰਿਸੀਵ ਕਰਦੇ ਹੋ, ਤਾਂ ਤੁਹਾਨੂੰ ਗਿਆਨ ਹੋਏਗਾ ਲਾਈਫ ਹੈ ਕੀ। ਨਹੀਂ ਤਾਂ ਤੁਹਾਨੂੰ ਗਿਆਨ ਹੀ ਨਹੀਂ ਹੋਣਾ। ਜੇ ਮਾਨ ਲੱਭਣ ਜਾ ਰਹੇ ਹੋ ਤੇ ਅਪਮਾਨ ਨਾਲ ਖੜਾ ਉਹ ਵੀ ਮਿਲੇਗਾ ਤੁਹਾਨੂੰ। The more famous you are, the more you will be ridiculed also. So don't think that will not happen. That comes together. ਤਾਂ ਅਸੀਂ ਜਦ ਮੌਤ ਨੂੰ ਨਹੀਂ ਜਾਣਦੇ, ਫਿਰ ਸਾਨੂੰ ਪਤਾ ਹੀ ਨਹੀਂ ਕਿ ਮੌਤ ਐਕਚੁਅਲੀ ਰਿਐਲਿਟੀ ਨਹੀਂ ਹੈ, ਇਸ ਕਰਕੇ ਜਨਮ ਮਰਨ ਬਾਰ-ਬਾਰ ਹੋਣਾ ਪੈਂਦਾ, ਕਿਉਂਕਿ ਸਾਡੀ ਤਿਆਰੀ ਤੇ ਹੈ ਟੂ ਅਵੋਇਡ ਪੇਨ। ਤਾਂ ਇਹਦਾ ਨਿਚੋੜ ਕੀ ਹੈ? ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਔਰ ਗੁਰੂ ਨਾਨਕ ਸਾਹਿਬ ਦੀ ਗੱਲ ਇੱਥੇ ਬਿਲਕੁਲ ਬਰਾਬਰ ਹੋ ਜਾਂਦੀ, ਜਦੋਂ ਮਹਾਰਾਜ ਕਹਿੰਦੇ ਹੈ ਕਿ ਇਹਨੂੰ ਫਿਰ ਜੀਣਾ ਕਿਸ ਤਰ੍ਹਾਂ ਹੈ। ਕਿ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਕਿ ਜਿਹੜੀ ਸਾਡੀ ਲਾਈਫ ਦੀ ਫਾਊਂਡੇਸ਼ਨ ਹੈ ਨਾ, ਉਹ ਐਕਸੈਪਟੈਂਸ ਹੋਣੀ ਚਾਹੀਦੀ ਹੈ। ਐਕਸੈਪਟੈਂਸ ਮਤਲਬ ਜੋ ਮੈਂ ਹਾਂ, ਜੇ ਉਹ ਮੇਰੀ ਹਾਲਾਤ ਨੇ, ਉਹਦੀ ਰੈਜ਼ਿਸਟੈਂਸ ਨਾ ਹੋ ਕੇ ਉਹਦੀ ਐਕਸੈਪਟੈਂਸ ਔਰ ਐਕਸਪੈਕਟੇਸ਼ਨ ਤੋਂ ਹਟ ਜਾਏ। ਅਸੀਂ ਸਾਰਾ ਜੀਵਨ ਐਕਸਪੈਕਟੇਸ਼ਨ ਵਿੱਚ ਬਿਤਾਉਂਦੇ ਹਾਂ ਕਿ ਮੈਂ ਜੋ ਹਾਂ, ਮੈਂ ਉਹਦੇ 'ਚ ਸੰਤੋਖ ਨਹੀਂ ਰੱਖਦਾ ਤੇ ਮੈਂ ਕਾਮਨਾ ਕਰ ਕਰਕੇ ਆਪਣੇ ਸੰਤੋਖ ਨੂੰ ਖਰਾਬ ਕਰਦਾ। ਫਰਜ਼ ਕਰੋ ਮੈਂ ਕਹਿੰਦਾ ਮੇਰੇ ਕੋਲ 1 ਲੱਖ ਦੀ ਮੇਰੀ ਇਨਕਮ ਹੈ, ਉਹ ਤਾਂ 2 ਹੋਣੀ ਚਾਹੀਦੀ ਹੈ, 2 ਹੋ ਗਈ ਤੇ 4 ਹੋਣੀ ਚਾਹੀਦੀ, ਇਹਨੂੰ 99 ਦਾ ਗੇੜ ਕਹਿੰਦੇ। So the mind is never going to stop or satiate itself from its demands, even if they are fulfilled. That is why that day I said that those who have everything fulfilled are lived in the worst hell possible. ਕਿ ਉਹਨਾਂ ਦਾ ਨਰਕ ਜਿਹੜਾ ਹੈ ਉਸ ਤੋਂ ਵੱਡਾ ਕੋਈ ਨਰਕ ਨਹੀਂ, ਕਿਉਂਕਿ ਹੁਣ ਉਹਨਾਂ ਨੂੰ ਅੰਦਰ ਤਾਂ ਗਿਆਨ ਹੈ ਕਿ ਜਿੱਥੇ ਮੈਂ ਫਸ ਗਿਆ ਜਾਂ ਜਿਸ ਪਦਾਰਥ 'ਚ ਮੈਂ ਆ ਗਿਆ ਉੱਥੇ ਮੈਨੂੰ ਸੁੱਖ ਨਹੀਂ ਲੱਭਣਾ ਔਰ ਇਹ ਸਾਰਾ ਕੁਝ ਜਾਏਗਾ ਹੁਣ। ਪਰ ਇਨਵੈਸਟਮੈਂਟ ਉਹਨਾਂ ਚੀਜ਼ਾਂ ਵਿੱਚ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਮੈਂ ਹੁਣ ਕਨਫਿਊਜ਼ ਹੋ ਜਾਂਦਾ ਔਰ ਮੈਂ ਉਸਨੂੰ ਛੱਡਣ ਵਾਸਤੇ ਵੀ ਤਿਆਰ ਨਹੀਂ ਹੁੰਦਾ। ਛੱਡਣਾ ਕਿਵੇਂ ਹੈ? ਨਾਟ ਫਿਜ਼ੀਕਲੀ। ਇਹ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਅਸੀਂ ਕੱਲ ਮਹਾਰਾਜ ਦੇ ਦਰਸ਼ਨ ਕਰਨ ਗਏ ਅਨੰਦਪੁਰ, ਕੱਲ ਗੱਲ ਹੋਈ ਸਾਡੀ। ਅੱਜ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਗੁਰੂ ਸਾਹਿਬ ਤੋਂ ਕੁਝ ਬ੍ਰਹਮ ਗਿਆਨ ਦੀ ਗੱਲ ਸਮਝਣ ਆਏ ਆ, ਤੇ ਮਨ ਨੂੰ ਅਸੀਂ ਓਪਨ ਮਾਈਂਡਡ ਰੱਖੀਏ ਕਿ ਗੁਰੂ ਮਹਾਰਾਜ ਸਾਨੂੰ ਉਧਰ ਦੀ ਗੱਲ ਦੱਸਦੇ ਆ। ਜਿਸ ਜਗ੍ਹਾ ਨੂੰ ਅਸੀਂ ਸਮਝਦੇ ਆ ਕਿ ਬਈ ਬੜੀ ਦੂਰ ਹੈ, ਸਾਡੇ ਪੱਲੇ ਨਹੀਂ ਹੈ, ਸਾਡੇ ਬਸ ਨਹੀਂ ਹੈ, ਇਹਦੇ ਲਈ ਪਹਾੜਾਂ ਵਿੱਚ ਜਾਣਾ ਪਏਗਾ, ਤਾਂ ਗੁਰੂ ਕਹਿੰਦੇ attitude and approach is important. Your physical situation is not important. ਤਾਂ ਮਹਾਰਾਜ ਕਹਿੰਦੇ ਕਿ ਸੰਨਿਆਸ ਜਿਹੜਾ ਹੈ, ਸੁਣ ਸਮਾਧ ਵੀ ਤੈਨੂੰ ਮਿਲੇਗੀ, ਜਿੱਥੇ ਬੈਠਾ ਉੱਥੇ ਮਿਲ ਜਾਏਗੀ, provided your approach to life changes. ਬਨ ਸੇ ਸਦਨ ਸਭੇ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਇਹ ਸਾਰੇ ਜਿੱਥੇ ਤੁਸੀਂ ਬੈਠੇ ਹੋ, you need to understand that these relationships, we are not saying you leave them. Don't leave your house, don't leave your relationships, don't leave your commitments to any other aspect of life, but realize that these are not absolute and these are not what will satiate us. This is what Guru Sahib is telling us.
ਕਿ ਬਈ ਇਹ ਤੈਨੂੰ ਜਿਹੜਾ ਤੁਸੀਂ ਲੱਭਦੇ ਹੋ ਇਹ ਉਹ ਹੈ ਹੀ ਨਹੀਂ ਜਿਹੜਾ ਸੁੱਖ ਤੁਸੀਂ ਲੱਭਦੇ ਹੋ। ਪਰ ਜੇ ਇਹਨੂੰ ਮੈਂ ਜਾਣ ਲਿਆ, ਫਰਜ਼ ਕਰੋ ਮੈਂ ਜਾਣ ਲਿਆ ਕਿ I have bought a glass, it's going to break one day, ਤਾਂ ਉਹਦੇ ਟੁੱਟਣ ਨਾਲ ਮੈਨੂੰ ਕੁਛ ਤਾਂ ਦੁੱਖ ਹੋਏਗਾ, ਪਰ ਇੰਨਾ ਦੁੱਖ ਨਹੀਂ ਹੋਏਗਾ ਕਿ ਮੈਂ ਉਸ ਤੋਂ ਬਿਯੋਂਡ ਨਹੀਂ ਜਾ ਸਕਾਂਗਾ। ਇਸ਼ੂ ਇਜ਼ ਦਿਸ ਕਿ ਮੈਂ ਸੁੱਖ ਔਰ ਦੁੱਖ ਤੋਂ ਬਿਯੋਂਡ ਜਾਣ ਦੀ ਕੈਪੇਬਿਲਿਟੀ ਰੱਖਦਾ ਕਿ ਨਹੀਂ। ਇਹ ਮੌਲਾਨਾ ਰੂਮੀ ਪਿਆਰੀ ਗੱਲ ਕਹਿੰਦੇ ਬਿਯੋਂਡ ਹੈਪੀਨੈਸ ਐਂਡ ਸੋਰੋ ਦੇयर इज अ गार्डन, ਮੀਟ ਮੀ देयर। ਇਹ ਸੁੱਖ ਦੁੱਖ ਇਹ ਤ੍ਰੈਗੁਣ ਤੋਂ ਅੱਗੇ ਅਤੀਤ ਵਿੱਚ ਕੁਛ ਹੋਰ ਹੈ, ਮੈਨੂੰ ਉੱਥੇ ਮਿਲ। ਤਾਂ ਉਹ ਕਿਵੇਂ ਕਰਾਂਗੇ? ਉਹ ਇਸੇ ਤਰ੍ਹਾਂ ਹੀ ਕਰਾਂਗੇ ਕਿ ਜਦੋਂ ਤੁਸੀਂ ਜੀਵਨ ਜੀਓ, ਅਗਰ ਤੁਸੀਂ ਗਲਤ ਡਿਸੀਜਨ ਵੀ ਲੈ ਰਹੇ ਹੋ, ਫਿਰ ਵੀ ਉਹਦੇ ਲਈ ਤਿਆਰੀ ਰਹੋ ਕਿ ਉਹਦੀ ਐਕਸੈਪਟੈਂਸ ਜੋ ਅਗਰ if pain comes to teach us what is life, don't avoid it. Allow your change to take place internally. That will drive your energy towards the ultimate. Otherwise, we will keep rotating in these circles only. ਦੁੱਖ ਨੂੰ ਅਵੋਇਡ ਨਹੀਂ ਕਰਨਾ। ਜਦੋਂ ਦੁੱਖ ਆਏ, ਦੁੱਖ ਦੀ ਪੇਨ ਵਿੱਚ allow it to go into your inner recesses and teach us what we have done wrong. ਮਹਾਰਾਜ ਕਹਿੰਦੇ ਹੈ ਕਿ ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਨਾ। ਕਿੰਨੀ ਪਿਆਰੀ ਗੱਲ ਹੈ ਕਿ ਮਨ ਦੇ ਹੁਕਮ ਕੀਤੇ ਅੱਗੇ ਤੇ ਭੀੜਾ ਰਾਹ ਹੈ। ਭੀੜਾ ਰਾਹ ਕਿਹੜਾ ਹੈ? ਇਹ ਜਿਹੜੀ ਵਿਮਸ ਐਂਡ ਫੈਂਸੀਜ਼ ਨੇ, ਇਹ ਤੇ ਸਿਰਫ ਮਾਤ ਲੋਕ ਵਿੱਚ ਨੇ, ਅੱਗੇ ਦੀ ਕਹਾਣੀ ਤਾਂ ਹੈ ਹੀ ਕੁਛ ਹੋਰ। ਮਹਾਰਾਜ ਕਹਿੰਦੇ ਨੰਗਾ ਦੋਜਕ ਚਾਲਿਆ ਤਾਂ ਦਿਸੇ ਖੜਾ ਡਰਾਵਨਾ। ਕਿ ਭਾਈ ਅੱਗੇ ਤਾਂ ਆਪਸ਼ਨਲੈਸ ਸਿਚੁਏਸ਼ਨ ਤੇ ਜਾ ਰਹੇ ਹੋ, ਇੱਥੇ ਰਾਜ ਬਣਿਆ ਹੋਇਆ, ਉੱਥੇ ਕੋਈ ਆਪਸ਼ਨ ਹੀ ਨਹੀਂ ਹੈ, ਤਾਂ ਇਹ ਤੇ ਡਰ ਲੱਗੇਗਾ ਹੀ ਲੱਗੇਗਾ। ਜਿਸ ਕੋਲ ਸਾਰਾ ਰਾਜ ਹੈ, ਜਿਸ ਕੋਲ ਸਾਰਾ ਸੁੱਖ ਆ ਗਿਆ, ਜਿਸ ਕੋਲ ਸਭ ਦੁਨੀਆ ਦੇ ਪਦਾਰਥ ਮਿਲ ਗਏ, ਸਭ ਰਿਲੇਸ਼ਨਸ਼ਿਪ ਸਲੇਵ ਹੋ ਗਈਆਂ, ਉਸ ਤੋਂ ਵੀਕ ਆਦਮੀ ਇਸ ਦੁਨੀਆ 'ਚ ਕੋਈ ਹੈ ਹੀ ਨਹੀਂ। ਕਿਉਂਕਿ ਹੁਣ ਉਹਦਾ ਸਭ ਕੁਝ ਲੁੱਟਿਆ ਜਾਏਗਾ ਔਰ ਅੱਗੇ ਉਹਦੇ ਲਈ ਕੁਝ ਵੀ ਨਹੀਂ ਹੈ। ਪਰ ਅਗਰ ਉਹ ਨਾਮ ਅਭਿਆਸੀ ਹੈ, ਅਗਰ ਉਹ ਬ੍ਰਹਮ ਗਿਆਨੀ ਹੈ, ਅਗਰ ਉਹ ਮਹਾਰਾਜ ਦੇ ਦਿੱਤੇ ਦੇ ਗਾਈਡੈਂਸ ਦੇ ਹਿਸਾਬ ਨਾਲ ਅਭਿਆਸ ਕਰਦਾ ਹੈ, ਤਾਂ ਫਿਰ ਦੋਨੋਂ ਹੈ। ਫਿਰ ਇਹ ਪਦਾਰਥ ਰਿਲੇਸ਼ਨਸ਼ਿਪਸ ਇਹ ਸਾਰੀਆਂ ਸਾਨੂੰ ਫਿਰ ਵੀ ਕਰਨਗੀਆਂ। ਪੇਨ ਇਹਨਾਂ ਤੋਂ ਫਿਰ ਵੀ ਆਏਗੀ, ਪਰ ਇੰਨੀ ਨਹੀਂ ਆਏਗੀ ਕਿਉਂਕਿ ਸਾਡੇ ਨਾਲ ਇੱਕ ਬਫਰਿੰਗ એનર્ਜੀ ਨਾਲ ਚੱਲੇਗੀ, ਉਹ ਨਾਮ ਦੀ ਹੈ। ਸੋ ਵੀ ਵਿਲ, ਹੁਣ ਇਹਨੂੰ ਗੁਰੂ ਸਾਹਿਬ ਇੱਕ ਸ਼ਬਦ ਯੂਜ਼ ਕਰਦੇ, ਆਧਾਰ ਫਾਊਂਡੇਸ਼ਨ। So our foundation is Naam and not the physical relationships which we, or situations or physical reality which we are committed to in life. That's not the foundation of our life. So ਜਦੋਂ ਉਹ relationships ਜਾਂ ਉਹ situations ਹਿੱਲਣਗੀਆਂ, it will still affect me, but it's not going to shake my foundation because ਮੇਰੀ foundation ਨਾਮ ਹੈ। ਮੈਂ ਅਗਰ ਆਪਣੀ foundation ਨਾਮ ਬਣਾਤੀ, ਫਿਰ ਉਹ ਰਾਤੋਂ ਰਾਤ ਤੇ ਬਣੇਗੀ ਨਹੀਂ, ਹੌਲੇ ਹੌਲੇ ਬਣੇਗੀ। ਪਰ ਜਦੋਂ ਬਣ ਗਈ ਅਗਰ, ਫਿਰ ਮੈਨੂੰ ਡਰ ਵੀ ਘੱਟ ਲੱਗੇਗਾ। ਫਿਰ ਜਿਸ ਤਰ੍ਹਾਂ ਗੁਰੂ ਮਹਾਰਾਜ ਅੱਗੇ ਸਮਝਾਉਂਦੇ ਆ, ਉਹ ਤਾਂ ਕਹਾਣੀ ਬਹੁਤ ਡੂੰਗੀ ਖੋਲ ਦਿੰਦੇ, ਸਾਰੀ ਬ੍ਰਹਮ ਗਿਆਨ ਦੀ ਪੂਰੀ ਅਵਸਥਾ ਖੋਲ ਦਿੰਦੇ ਆ। ਤਬ ਹੀ ਆਤਮ ਤਤ ਕੋ ਦਰਸੇ, ਆਤਮ ਤਤ ਕੋ ਦਰਸੇ, ਪੂਰੀ ਕਹਿੰਦੇ ਜੋ ਤੇਰੇ ਅੰਦਰ ਜਿਸ ਤਰ੍ਹਾਂ ਪੌਂਡ ਵਿੱਚ ਪਾਣੀ ਖੜਾ ਹੋ ਗਿਆ, ਹੁਣ ਤੈਨੂੰ ਸਰਫੇਸ ਤੋਂ ਦਿਖ ਰਿਹਾ ਥੱਲੇ ਹੈ ਕੀ, ਆਤਮਾ ਕੀ ਹੈ, ਆਤਮਾ ਦਾ ਆਨੰਦ ਕੀ ਹੈ, ਅਨਾਤਮਾ ਦੀ ਜੋਤ ਕੀ ਹੈ, ਦੁਨੀਆ ਦੀ ਰਿਐਲਿਟੀ ਕੀ ਹੈ, ਇਹ ਸਭ ਗਿਆਨ ਮਹਾਰਾਜ ਸਮਝਾਉਂਦੇ ਕਿ ਤੈਨੂੰ ਸਭ ਹੋ ਜਾਏਗਾ ਗਿਆਨ। ਪਰ ਇਸ ਤਰ੍ਹਾਂ ਜੀਣਾ ਹੈ, ਇਹ ਕਲਾ ਹੈ ਜੀਣ ਦੀ। ਹੁਣ ਇੱਥੇ ਕਈ ਵਾਰ ਅਸੀਂ ਆਪਣੇ ਆਪ ਨੂੰ ਕਹਿ ਦਿੰਦੇ ਹਾਂ ਕਿ ਯਾਰ ਇਹ ਤੇ ਮੇਰੇ ਜੋਗਾ ਨਹੀਂ ਹੈ, ਇਹ ਤੇ ਸੰਤ ਲੋਕ ਨੇ ਜਿਹੜਾ ਕਰ ਸਕਦੇ ਆ। ਟੂ ਮਾਈ ਅੰਡਰਸਟੈਂਡਿੰਗ ਦਿਸ ਥਾਟ ਇਜ਼ ਮੋਰ ਡੈਮੇਜਿੰਗ ਦੈਨ ਐਨੀ ਅਦਰ ਐਕਸ਼ਨ ਵੀ ਡੂ ਇਨ ਲਾਈਫ। ਅਸੀਂ ਆਪਣੇ ਪੋਟੈਂਸ਼ੀਅਲ ਨੂੰ ਆਪ ਹੀ ਅੰਡਰਮਾਈਨ ਕਰ ਦਿੰਦੇ। ਜਿਹੜਾ ਮਹਾਰਾਜ ਕਹਿੰਦੇ ਨੇ ਕਿ ਬੀਜ ਤੂੰ ਲੈ ਕੇ ਆਇਆ ਹੈ ਆਨੰਦ ਦਾ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹੀਰਾ ਲੈ ਕੇ ਆਏ ਆ ਭਾਈ ਮੇਰੇ, ਕੌਡੀ ਦੇ ਬਦਲੇ। ਇਸ ਥਾਟ ਨੇ ਜਿਤਨਾ ਡੈਮੇਜ ਕੀਤਾ, ਹੋਰ ਮੇਰਾ ਖਿਆਲ ਕੋਈ ਹੋਰ ਨਹੀਂ ਕਰਦੀ ਕਿ ਯਾਰ ਨਹੀਂ ਇਹ ਮੇਰੇ ਬਸ ਨਹੀਂ ਹੈ, ਇਹ ਤਾਂ ਦੇਖੋ ਇਹ ਤਾਂ ਦੂਰ ਦੀਆਂ ਗੱਲਾਂ ਨੇ, ਇਹ ਤੇ ਸੰਤ ਲੋਕ ਕਰਦੇ ਹੈ, ਇਹ ਜਿਹੜਾ ਅਭਿਆਸ ਹੈ ਦੇਖੋ ਮੇਰੇ ਬਸ ਨਹੀਂ ਹੈ। ਜਦ ਕਿ ਇਹ ਬਿਲਕੁਲ ਗਲਤ ਥਾਟਸ ਨੇ।
ਇਹ ਜਿਹੜਾ ਜੀਵਨ ਹੈ ਇਹ ਸ਼ਬਦ ਔਰ ਸੁਰਤ ਦੇ ਅਭਿਆਸ ਵਿੱਚ ਜੀਵਾਂਗੇ ਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਡੇ ਨਾਲ ਖੜੇ ਰਹਿਣਗੇ। ਦੁੱਖ ਔਰ ਸੁੱਖ ਜੋ ਵੀ ਆਏਗਾ ਉਹ ਰੰਗ ਨਾਲ ਚੜ੍ਹਦਾ ਜਾਏਗਾ। ਤਾਂ ਮਹਾਰਾਜ ਕਹਿੰਦੇ ਬਨ ਸੇ ਸਦਨ ਸਭ ਹੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਮਨ ਚ ਕਿਵੇਂ ਉਦਾਸ ਰਵਾਂਗਾ ਜਦੋਂ ਰਿਐਲਿਟੀ ਮੈਨੂੰ ਜਾਣ ਆ ਜਾਏਗਾ ਕਿ ਭਾਈ ਇਹਨਾਂ ਸਿਚੁਏਸ਼ਨਸ ਚੋਂ, ਇਸ ਤਰ੍ਹਾਂ ਅਸੀਂ ਇੱਕ ਹੋਰ ਸ਼ਬਦ ਅਭਿਆਸ ਕਰਦੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਹੈ, ਉਹਦੇ ਚ ਉਹ ਕਹਿੰਦੇ ਹੈ ਕਿ ਮਾਤ ਪਿਤਾ ਕਿ ਵਾਰੀ ਉਹੀ ਤੇਰੇ ਸੱਗੇ ਸੰਬੰਧੀ ਤੈਨੂੰ ਜਲਾਉਣ ਨੂੰ ਪਾਉਂਦੇ ਨੇ ਜਦੋਂ ਤੇਰੀ ਮੌਤ ਆਉਂਦੀ ਹੈ। ਹੁਣ ਇਹ ਤੇ ਗੁਰੂ ਸਾਹਿਬ ਨੇ ਸ਼ਬਦ ਲਿਖ ਦਿੱਤਾ, ਅਸੀਂ ਪੜ੍ਹ ਲਿਆ, ਬਟ ਕੀ ਇਹ ਮੇਰੀ ਅੰਤਰ ਮਨ ਦੀ ਰਿਅਲਾਈਜੇਸ਼ਨ ਹੈ? ਕੁਐਸਚਨ ਹੈ ਉੱਠਦਾ ਹੈ। ਅਗਰ ਮੈਨੂੰ ਇਸ ਚੀਜ਼ ਨੂੰ ਰਿਅਲਾਈਜ਼ ਕਰ ਲਿਆ ਫਿਰ ਤੇ ਮੇਰਾ ਜੀਵਨ ਅੱਜ ਹੀ ਪਲਟਣਾ ਚਾਹੀਦਾ, ਹੁਣੇ ਹੀ। ਜਿਸ ਤਰ੍ਹਾਂ ਉਸ ਦਿਨ ਬੀਬੀ ਕਹਿ ਰਹੇ ਸਨ ਕਿ ਦੇਖੋ ਮੈਂ ਤੇ 40 ਇਅਰਸ ਦੀ ਹੋ ਗਈ, ਤੇ ਸ਼ਬਦ ਵਿੱਚ ਗੁਰੂ ਸਾਹਿਬ ਕਹਿੰਦੇ ਕਿ ਖਿੰਨ ਵਿੱਚ ਬਦਲੀ ਹੁੰਦਾ ਬੰਦਾ। ਤੇ ਨਰ ਤੇ ਸੁਰ ਹੋਏ ਜਾਤ ਨਿਮਕ ਮੈਂ ਸਤਿਗੁਰ ਬੁੱਧ ਸਿਖਲਾਈ। ਉਹ ਤਾਂ ਕਹਿੰਦੇ ਕਿ fraction of a second you change, fraction of a second you are a different person, from a human being you have become ਦੇਵਤਾ। ਕਿਸ ਤਰ੍ਹਾਂ? ਸ਼ਬਦ ਦੇ ਸੁਰਤ ਜੋੜਨ ਦੇ ਵਿੱਚ ਹੀ। ਜਦੋਂ ਪ੍ਰੋਵਾਈਡਡ ਸ਼ਬਦ ਦੇ ਵਿੱਚ ਸੁਰਤ ਇਕਾਗਰ ਮਨ ਵਿੱਚ ਜਾਏ, ਨਰ ਤੇ ਸੁਰ ਹੋਏ ਜਾਤ ਨਿਮਕ ਮੈਂ ਸਤਿਗੁਰ ਬੁੱਧ ਸਿਖਲਾਈ। ਮਹਾਰਾਜ ਨੇ ਕਹਿੰਦੇ ਨੇ ਮੈਂ ਵਿਧੀ ਦੱਸਦਾ ਤੈਨੂੰ ਭਾਈ ਕਿਵੇਂ ਤੈਨੂੰ ਇਹ ਦੇਵਤਾ ਬਣਨਾ ਹੈ। ਜਿਵੇਂ ਅਸੀਂ ਕਿੱਲ ਨਹੀਂ ਕੱਢਦੇ, ਦੀਵਾਰ 'ਚ ਕਿੱਲ ਕੱਢ ਦਿੱਤੀ, ਫਿਰ ਅਸੀਂ ਉਸ ਦੇ ਉੱਤੇ ਕੋਈ ਕੱਪੜਾ ਟੰਗ ਦਿੱਤਾ, ਇਵੇਂ ਸਾਨੂੰ ਮਨ ਨੂੰ ਕਿਸੇ ਚੀਜ਼ ਨਾਲ, ਖੁੰਡੀ ਨਾਲ ਲਟਕਾਣਾ ਹੈ। ਮਨ ਜਦ ਤੱਕ ਬੰਨਿਆ ਨਹੀਂ ਜਾਏਗਾ ਇਹ ਬੇਕਾਬੂ ਹੀ ਰਹੇਗਾ। ਉਹ ਕਿਸ ਤਰ੍ਹਾਂ ਬੰਨਿਆ ਜਾਏਗਾ? ਸ਼ਬਦ ਦੇ ਨਾਲ। ਇਹ ਖੁੰਡੀ ਜਿਹੜੀ ਹੈ ਸਮਝ ਲਓ ਕਿ ਸ਼ਬਦ ਹੈ, ਨਹੀਂ ਤਾਂ ਰੁਲਦਾ ਫਿਰੇਗਾ, ਆਪਣੀ ਫਾਊਂਡੇਸ਼ਨ ਤੋਂ ਹਿੱਲ ਕੇ ਵਿਚਰਦਾ ਰਹੇਗਾ, ਸੁੱਖ ਲੱਭਦੇਗਾ, ਕੰਪਲੀਟਨੈਸ ਲੱਭਦਾ ਜਾਏਗਾ, ਕੰਪਲੀਟਨੈਸ ਇਹਨੂੰ ਮਿਲੇਗੀ ਨਹੀਂ ਕਿਧਰੇ। ਕੰਪਲੀਟਨੈਸ ਅੰਦਰ ਹੈ, 11ਵੀਂ ਡਾਇਰੈਕਸ਼ਨ ਜਿਹੜੀ ਸੂਫੀ ਕਹਿੰਦੇ 11th ਡੋਰ। 10 ਡਾਇਰੈਕਸ਼ਨ ਬਾਹਰ ਦੀਆਂ ਨੇ, 11ਵੀਂ ਅੰਦਰ। ਮਹਾਰਾਜ ਕਹਿੰਦੇ ਜਤ ਕੀ ਜਟਾ ਜੋਗ ਕੋ ਮੱਜਨ ਨੇਮ ਕੇ ਨਖਣ ਬੜਾ। ਉਹਨਾਂ ਯੋਗੀਆਂ ਦੇ ਸਾਰੀ ਹਾਲਤ ਹੈ, ਉਹ ਆਪਣੇ ਕੇਸਾਂ ਨੂੰ ਜਟਾਵਾਂ ਬਣਾ ਦਿੰਦੇ ਨੇ। ਜੋਗ ਜੋ ਹੈ ਉਹ ਨਖਣ ਆਪਣੇ ਵਧਾ ਦਿੰਦੇ ਨੇ। ਇਹ ਸਭ ਫਿਜ਼ੀਕਲ ਐਟਰੀਬਿਊਟਸ ਨੇ, ਇਹਨਾਂ ਨਾਲ ਸਾਡੇ ਮਨ ਦੀ ਅਵਸਥਾ ਦਾ ਕੋਈ ਰਿਲੇਸ਼ਨ ਨਹੀਂ ਹੈ। ਮੈਂ ਆਪਣੇ ਆਪ ਨੂੰ ਫੂਲ ਕਰ ਸਕਦਾ, ਬੇਵਕੂਫ ਬਣਾ ਸਕਦਾ ਕਿ ਮੇਰੀ ਜਟਾ ਬਣ ਗਈ ਹੈ, ਹੁਣ ਮੈਂ ਟੁੱਟ ਗਿਆ ਦੁਨੀਆ ਤੋਂ, ਪਰ ਇਹ ਰਿਐਲਿਟੀ ਨਹੀਂ ਹੈ। ਸਿਰਫ ਮਨ ਦੀ ਅਵਸਥਾ ਨੂੰ ਅਸੀਂ ਸੰਭਾਲਣਾ ਹੈ। ਬਾਹਰ ਦੇ ਲੱਛਣ ਨੂੰ ਸਾਡੇ ਨਾਲ ਇਹਦਾ ਬਹੁਤ ਮਿਨੀਮਲ ਰਿਲੇਸ਼ਨਸ਼ਿਪ ਹੈ। ਥੋੜੀ ਚੀਜ਼ਾਂ ਦਾ ਰਿਲੇਸ਼ਨਸ਼ਿਪ ਹੈ। ਜਿਸ ਤਰ੍ਹਾਂ ਉਹ ਦਿਨ ਵੀਰ ਪੁੱਛਦੇ ਸੀ ਕਿ ਕਾਇਆ ਨੂੰ ਕਿਵੇਂ ਸੰਭਾਲਣਾ ਹੈ, ਜਾਂ ਅਸੀਂ ਨਾਲ ਇੱਕ ਨਾਮ ਦਾਨ ਇਸ਼ਨਾਨ ਹੈ, 3 ਜੋੜੇ ਹੋਏ ਹੈ, ਅਸੀਂ ਇਸ਼ਨਾਨ ਕਰਕੇ ਅਭਿਆਸ 'ਚ ਬੈਠਦੇ ਹਾਂ। ਇਹ ਕੁਝ ਚੀਜ਼ਾਂ ਨੇ, ਬਟ ਦੇ ਆਰ ਨੋਟ as though these are not the foundation of this whole game, that all rests in ਸੁਰਤ and ਸ਼ਬਦ। ਤਾਂ ਮਹਾਰਾਜ ਕਹਿੰਦੇ ਨੇ ਜਤ ਕੀ ਜਟਾ, ਜਿਹੜਾ ਜਤ ਕਾਬੂ ਕਰ ਦੇਣਾ ਇੰਦਰੀਆਂ ਨੂੰ, ਇਹਨਾਂ ਨੂੰ ਕਾਬੂ ਕਰ ਲੈ। ਜੋਗ ਕੋ ਮੱਜਨ, ਆਪਣੇ ਇਸ਼ਨਾਨ ਕਰ ਤੇ ਜੋਗ ਬਣਾ ਲਿਆ ਉਸਨੂੰ। ਨੇਮ ਕੇ ਆਪਣਾ name is daily practice, daily commitment of time, daily give yourself space to go inward। ਨੇਮ ਕੇ ਨਖਣ बढ़ाओ। ਗਿਆਨ ਗੁਰੂ ਆਤਮ ਉਪਦੇਸ਼। ਹੁਣ ਗੁਰੂ ਕੌਣ ਹੈ? ਸਾਡਾ ਸ਼ਬਦ ਗੁਰੂ। ਗਿਆਨ, ਅਵੇਅਰਨੈਸ। ਸ਼ਬਦ is all aware, all pervading, it's ever present। ਏਕਾ ਬਾਣੀ, ਏਕ ਗੁਰ, ਏਕ ਸ਼ਬਦ ਵਿਚਾਰ। ਗਿਆਨ ਗੁਰੂ ਆਤਮ ਉਪਦੇਸ਼। ਆਪਣੀ ਆਤਮਾ ਨੂੰ, ਆਪਣੇ ਅੰਤਰ ਨੂੰ ਅਸੀਂ ਸ਼ਬਦ ਨੂੰ ਪਾਈਏ। ਜਿਵੇਂ ਉਸ ਦਿਨ ਵੀਰ ਕਹਿ ਰਹੇ ਸਨ ਕਿ ਉਹਨਾਂ ਨੇ ਆਪਣਾ ਐਕਸਪੀਰੀਅੰਸ ਦੱਸਿਆ ਕਿ ਮੈਂ ਰਾਤੀ ਉੱਠਿਆ, ਮੈਨੂੰ ਅਭਿਆਸ ਹੋਇਆ, ਮੈਂ ਸ਼ਬਦ ਪੜ੍ਹਿਆ, ਮੈਨੂੰ ਆਨੰਦ ਆਇਆ। ਮੇਰਾ ਇਹ ਸਬਮਿਸ਼ਨ ਹੈ ਕਿ ਇਸ ਐਕਸਪੀਰੀਅੰਸ ਨੂੰ ਅਸੀਂ ਜਿਤਨਾ ਇੰਟਰਨਲ ਰੱਖੀਏ ਉਤਨਾ ਬੈਟਰ। ਜਿਤਨਾ ਅਸੀਂ ਪਬਲਿਕ ਕਰਾਂਗੇ ਉਤਨੀ ਇਹਦੀ ਐਨਰਜੀ ਡਿਸਿਪੇਟ ਹੋ ਜਾਏਗੀ। ਫਿਰ ਇਹ ਜਿਹੜੇ ਮਨ ਦੇ ਭਾਵਨਾ, ਜਦੋਂ ਬੀਬਾ ਉਸ ਦਿਨ ਦੱਸਦੇ ਸੀ ਮੇਰੇ ਅਥਰੂ ਆ ਗਏ, ਬਿਲਕੁਲ ਅਥਰੂ, ਇਹਨਾਂ ਨੂੰ ਅੰਦਰ ਲੈ ਜਾਓ, ਅਥਰੂਆਂ ਨੂੰ। ਲੈਟ them change your, these are, one, it is make you lighter, second it will make the mind subtle, more and more subtle। ਕ੍ਰਿਸਚੈਨਿਟੀ 'ਚ ਇੱਕ ਬਹੁਤ ਪਿਆਰੀ ਉਹ ਲਾਈਨ ਕਹਿੰਦੇ ਕਿ it's easier for a camel to enter the eye of a needle than for a rich man to enter the door of heaven। rich man ਦਾ ਮਤਲਬ ਮੈਂ ਦਿਆਤ ਜਿਹੜਾ ਹੰਕਾਰੀ ਬੰਦਾ ਹੈ। ਆਈ ਆਫ ਦਾ ਨੀਡਲ ਕਿਹੜੀ ਹੈ? 10ਮ ਦੁਆਰ ਦੀ ਨੀਡਲ।
ਉਹ ਕਹਿੰਦਾ ਕਿ ਇਹਦੇ ਤੋਂ ਹਾਥੀ ਜਲਦੀ ਨਿਕਲ ਜਾਏਗਾ, ਕੈਮਲ ਜਲਦੀ ਨਿਕਲ ਜਾਏਗਾ, ਹੰਕਾਰੀ ਬੰਦਾ ਉੱਥੇ ਨਹੀਂ ਪਹੁੰਚ ਸਕਦਾ। ਤਾਂ ਮਹਾਰਾਜ ਕਹਿੰਦੇ ਕਿ ਗਿਆਨ ਗੁਰੂ ਆਤਮ, ਆਪਣੀ ਆਤਮਾ ਨੂੰ, ਆਪਣੇ ਮਨ ਨੂੰ ਹੀ ਉਪਦੇਸ਼, ਜਿਵੇਂ ਮੇਰੇ ਵਰਗਾ ਕੰਮ ਨਹੀਂ, ਜਿਵੇਂ ਮੈਂ ਤੁਹਾਨੂੰ ਉਪਦੇਸ਼ ਦਿੰਦਾ। ਅਸੀਂ ਆਪਣੇ ਅੰਤਰ ਨੂੰ ਚੇਂਜ ਕਰੀਏ। ਅਸੀਂ ਗੁਰੂ ਨਾਨਕ ਦੇ ਧਰਮ ਦੀ ਕਮਾਈ ਕਰਨੀ ਹੈ, ਲਹਿਰ ਚਲਾਈਏ। ਅਸੀਂ ਇਹ ਬੰਨ ਲਈਏ ਮਨ ਵਿੱਚ ਕਿ ਮੈਂ ਬ੍ਰਹਮ ਗਿਆਨ ਵੱਲ ਤੁਰਨਾ ਹੈ, ਇਹ ਕੁੰਜੀ ਖੋਲ ਲੈਣੀ ਹੈ, ਇਹ એનર્ਜੀ ਇਸ ਪਾਸੇ ਨੂੰ ਲਗਾਈਏ। ਨਾਮ ਵਿਭੂਤ ਲਗਾ, ਮਹਾਰਾਜ ਕਹਿੰਦੇ ਨਾਮ। ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਉਹੀ ਆਦੇਸ਼ ਕਰਦੇ, ਨਾਲ ਸਮਝਾ ਰਹੇ ਪਿਆਰ ਨਾਲ, ਕਿਵੇਂ ਭਾਈ ਜੀਵਨ ਜੀ ਰਹੇ ਹੋ ਨਾ, ਜਿੱਥੇ ਜੀ ਰਹੇ ਹੋ ਉੱਥੇ ਰਹੋ, ਅਭਿਆਸ ਕਰੋ, ਨਾਮ ਨੂੰ ਆਪਣੇ ਵਿਭੂਤੀ ਬਣਾ ਲਓ। ਉਹ ਸਾਰੇ ਸਰੀਰ ਵਿੱਚ ਲੇਪਦਾ ਯੋਗੀ, ਆਪਣੇ ਮਨ ਨਾਮ, ਆਪਣੇ ਉਹ ਰਾਖ ਲੈ ਕੇ ਸਾਰੇ ਸਰੀਰ ਵਿੱਚ ਲਪੇਟਦਾ ਹੈ। ਉਹ ਕਹਿੰਦੇ ਨਾਮ ਨੂੰ ਆਪਣੇ ਅੰਤਰ ਵਿੱਚ ਵਸਾ ਲੈ। ਮਹਾਰਾਜ ਸਮਝਾਉਂਦੇ ਨੇ ਸਾਨੂੰ, ਅਲਪਹਾਰ ਸੁਲਭ। ਹੁਣ ਇਹ ਜਿਹੜੀ ਫਿਜ਼ੀਕਲ ਐਸਪੈਕਟਸ ਨੇ, ਮਹਾਰਾਜ ਕਹਿੰਦੇ ਥੋੜਾ ਖਾ, ਥੋੜਾ ਸੋ, ਜ਼ਿਆਦਾ ਨੀਂਦਰ ਲਓਗੇ ਅਭਿਆਸ ਨਹੀਂ ਕਰ ਪਾਓਗੇ। ਕਮਿਟਮੈਂਟ ਟੂਵਰਡਸ, ਔਰ ਇਹ बैलेंस हर जने ਨੂੰ ਆਪਣਾ ਬਣਾਉਣਾ ਪਏਗਾ ਕਿ ਕਿਤਨੇ ਘੰਟੇ ਮੈਂ ਸੋਣਾ ਹੈ, ਕਿਤਨੇ ਘੰਟੇ। ਇਹ ਦਸਿਊਲ ਹੈ, ਟਰਾਇਲ ਐਂਡ ਐਰਰ ਨਾਲ ਹੀ ਸਮਝ ਆਏਗੀ ਜਾਂ ਸੰਗਤ ਨਾਲ ਸਮਝ ਆਏਗੀ। ਕੋਈ ਕੈਂਪ ਲੱਗਦੇ ਲੋਕਾਂ ਦੇ, ਦੁੱਧ ਦੇਣ ਵਾਲਿਆਂ ਦੇ ਕੈਂਪ ਲੱਗਦੇ, ਉੱਥੇ ਵੀ ਗੁਪਤ ਰੂਪ ਵਿੱਚ ਜਾਏ ਬੰਦਾ, ਕਿਸੇ ਨੂੰ ਬੋਲੇ ਨਾ, ਕੌਣ ਆਇਆ ਕੌਣ ਗਿਆ, ਨਾ ਮੈਂ ਜਾਣਾ ਕਿਸੇ ਹੋਰ ਨੂੰ, ਨਾ ਕੋਈ ਮੈਨੂੰ ਜਾਣੇ। ਅਭਿਆਸ ਕੀਤਾ ਦੇ ਭਾਰ। ਇਸ ਤਰ੍ਹਾਂ ਕੁਝ ਸੈਸ਼ਨਸ ਨਾਮ ਅਭਿਆਸ ਦੇ ਗਹਿਨ ਹੋ ਜਾਣ, ਫਿਰ ਉੱਥੋਂ ਸਮਝ ਆ ਜਾਏ ਕਿੰਨੀ ਨੀਂਦਰ ਚਾਹੀਦੀ ਹੈ। ਅਲਪ ਆਹਾਰ ਸੁਲਭ ਸੀ ਨਿੰਦਰਾ, ਦਇਆ ਛਿਮਾ ਤਨ। ਇਹ ਮਨ ਦੇ ਐਟੀਟਿਊਡ ਨੇ। ਕਿਸੇ ਨੂੰ ਹੋਰ ਨੂੰ ਨੁਕਸਾਨ ਕਰਨ ਜਾਏਗਾ, ਕਿਸੇ ਦਾ ਮਨ ਸ਼ੁੱਧ ਹੋਣਾ ਚਾਹੀਦਾ। ਦਇਆ ਛਿਮਾ ਤਨ ਪ੍ਰੀਤ, ਔਰ ਤਨ ਨਾਲ ਪ੍ਰੀਤ ਰੱਖੋ। ਤਨ ਅਗਰ ਤੁਸੀਂ ਖਰਾਬ ਕਰਤਾ, ਇਹਦੇ ਵਿੱਚ ਇਹੋ ਜਿਹੇ ਪਦਾਰਥ ਪਾਤੇ ਜਿਹੜੇ ਫਿਜ਼ੀਕਲ ਸਟਿਮੂਲੈਂਟਸ ਨੇ, ਤੇ ਫਿਰ ਉਹ ਸਾਡੇ ਨਾਮ ਦੇ ਵਿੱਚ ਬਹੁਤ ਵੱਡਾ ਵਿਘਨ ਪੈ ਜਾਣਗੇ। ਨਾਮ ਤਾਂ ਹੋ ਹੀ ਨਹੀਂ ਪਾਏਗਾ। ਸੀਲ ਸੰਤੋਖ ਸਦਾ ਨਿਰਵਾਹਿਬੋ ਹੈਵੋ ਤ੍ਰੈਗੁਣ ਅਤੀਤ। ਮਹਾਰਾਜ ਕਹਿੰਦੇ ਸੀਲ ਸੰਤੋਖ, ਸੰਤੋਖ ਨੂੰ ਆਪਣੇ ਕਮਾਣਾ ਹੈ, ਔਰ ਸਦਾ ਇਹਨੂੰ ਨਿਭਾਣਾ ਹੈ। ਇਹ ਵੀ ਨਹੀਂ ਕਿ ਤੁਸੀਂ 2 ਦਿਨ ਕੀਤਾ ਫਿਰ 6 ਦਿਨ ਨਹੀਂ ਕੀਤਾ, ਇਹਨੂੰ ਨਿਭਾ ਕੇ ਚੱਲਣਾ। ਇਹਨੂੰ ਗੁਰੂ ਸਾਹਿਬ ਨੇ ਜੋ ਸਾਨੂੰ ਆਦੇਸ਼ ਕੀਤਾ ਕਿ ਪ੍ਰੈਕਟਿਸ ਕਰਨਾ, ਇਹਨੂੰ ਮਨਨ ਕਰਨਾ, ਇਹਦਾ ਸੰਤੋਖ ਨੂੰ ਨਾਲ ਰੱਖਣਾ ਹੈ। ਸਦਾ ਨਿਰਵਾਹਿਬੋ ਹੈਵੋ ਤ੍ਰੈਗੁਣ ਅਤੀਤ। ਤ੍ਰੈਗੁਣ ਜਿਤਨੇ ਸਾਡੇ ਦੁਨੀਆਵੀ ਪੱਖ ਨੇ, ਰਜੋ ਤਮੋ ਹੈ ਗੁਣ, ਜਿਹੜੇ ਕੁਆਲਿਟੀਜ਼ ਆਫ ਗੁਣ, ਸਾਰੇ ਇਹਨਾਂ ਤੋਂ ਅਤੀਤ, ਗੁੱਡ ਬੈਡ ਅਗਲੀ, ਸਭ ਤੋਂ ਪਰੇ। ਇਹ ਸਭ ਤੋਂ ਟ੍ਰਾਂਸੈਂਡ ਕਰਨਾ ਹੈ। ਇਹ ਕਦੋਂ ਟ੍ਰਾਂਸੈਂਡ ਕਰਾਂਗੇ? ਜਦੋਂ ਮਨ ਇਕਾਗਰ ਸ਼ਬਦ ਨਾਲ ਜੁੜੇਗਾ, ਇਹ ਆਪ ਹੀ ਟ੍ਰਾਂਸੈਂਡ ਕਰੇਗਾ। ਅਵਸਥਾ ਮਨ ਦੀ ਇਹੋ ਜਿਹੀ ਆ ਜਾਂਦੀ ਹੈ। ਉਹ ਸਮਝਾਉਂਦੇ ਸਨ ਸਾਨੂੰ ਕਿ ਜਦੋਂ ਮਨ ਖੇੜੇ ਵਿੱਚ ਆ ਜਾਂਦਾ ਹੈ, ਫਿਰ ਇਹ ਸਭ ਕੁਝ ਪਿੱਛੇ ਰਹਿ ਜਾਂਦਾ ਹੈ। ਯੋਗੀ ਇਹਨੂੰ ਕੁਝ ਨਾੜੀ, ਸੂਖਸ਼ਮ ਨਾੜੀ ਕਹਿੰਦੇ। ਗੁਰੂ ਸਾਹਿਬ ਸਾਨੂੰ ਸ਼ਬਦ ਨਾਲ ਕਮਾਉਣ ਦੀ ਵਿਧੀ ਦੱਸਦੇ ਕਿ ਸ਼ਬਦ ਨਾਲ ਕਮਾਉਣਾ ਹੈ। ਕਿਧਰੇ ਜਾਣ ਦੀ ਲੋੜ ਨਹੀਂ, ਕੁਝ ਕਰਨ ਦੀ ਲੋੜ ਨਹੀਂ। ਬੇਸਿਕ ਚੀਜ਼ਾਂ ਨੂੰ ਸੰਭਾਲ ਕੇ ਚੱਲੋ, ਪਰ ਮਨ ਵਿੱਚ ਉਦਾਸੀ ਰੱਖੋਗੇ, that is going to be the energy which will light this fire। ਅਗਰ ਤੁਹਾਨੂੰ ਲੱਗੇਗਾ ਕਿ ਦੁਨੀਆ ਵਿੱਚ ਮੈਂ ਬਹੁਤ ਖੁਸ਼ ਹਾਂ, ਮੈਨੂੰ ਕੋਈ ਲੋੜ ਹੀ ਨਹੀਂ ਕੋਈ ਕਮਾਈ ਕਰਨ ਦੀ, ਫਿਰ ਤੁਹਾਡਾ ਐਕਸਪੀਰੀਅੰਸ ਹੈ ਉਹਨੂੰ ਦੇਖੋ। ਦਿਸ ਇਜ਼ ਕੈਨੋਟ ਬੀ ਫੋਰਸਡ ਔਨ ਐਨੀਵਨ। ਇਹ ਵੀ ਅੱਗੇ ਹੁਣ ਸਮਝਾਣਗੇ ਸਾਹਿਬ। ਇਹ ਕੋਈ ਜ਼ਬਰਦਸਤੀ ਕੋਈ ਵਾਲੀ ਗੱਲ ਨਹੀਂ ਹੈ। ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨਾ ਮਨ ਸਿਓ ਲਿਆਵੇ। ਕਾਮ ਕ੍ਰੋਧ ਹੰਕਾਰ, ਇਹ ਕਹਿੰਦੇ ਇਹ ਤੇ ਸਾਰੇ ਜਿਹੜੇ ਨੇ ਸ਼ਬਦ ਨੇ, ਜਦੋਂ ਇਕਾਗਰਤਾ ਆਉਂਦੀ ਹੈ ਤੇ ਇਹ ਤੇ ਰਹਿੰਦੇ ਨਹੀਂ। ਫਿਰ ਹੱਠ ਜਿਹੜਾ ਮਹਾਰਾਜ ਨੇ 6ਵਾਂ ਜੋੜਿਆ, ਹੱਠ ਨਾਲ ਨਹੀਂ ਇਹ ਹੋਏਗਾ ਕਿ ਮੈਂ ਕਹਾਂ ਜੀ ਮੈਂ ਬਾਣੀ ਪੜ੍ਹੀ ਸੀ, ਅੱਜ ਭਾਈ ਸਾਹਿਬ ਨੇ ਦੱਸਿਆ ਸੀ ਤੇ ਇਹ ਹੀ ਕਰਨਾ ਹੈ, ਪਰ ਉਹ ਮੇਰਾ ਅੰਦਰ ਦਾ ਐਕਸਪੀਰੀਅੰਸ ਨਹੀਂ ਹੈ। ਮੇਰਾ ਅੰਦਰ ਦਾ ਰਿਵੋਲਟ ਆਉਂਦਾ ਹੈ ਮਨ ਵਿੱਚ, ਮੈਂ ਕਾਲਿੰਗ ਹੀ ਨਹੀਂ ਹੈ, ਤੇ ਫਿਰ ਉਹ ਕਿਵੇਂ ਹੋਏਗਾ? ਉੱਪਰੋਂ ਹੋਏਗਾ ਔਰ ਐਕਚੁਅਲੀ ਉਹ ਕਮਾਈ ਨਹੀਂ ਹੋਏਗੀ। ਇਹ ਡਰਾਈਵਿੰਗ ਐਨਰਜੀ ਜਿਹੜਾ ਇੰਜਨ ਹੈ, ਉਹ ਸਾਡੀ ਇਮੋਸ਼ਨਸ ਹੀ ਹੈਗੇ। ਇਹਦੇ ਚ ਭਾਵਨਾ ਜਿਹੜੀ ਹੈ ਸਾਡੀ, ਉਹ ਡਰਾਈਵ ਕਰੇਗੀ ਅਸੀਂ ਜਾਣਾ ਕਿਸ ਪਾਸੇ ਹੈ।
ਔਰ ਉਹ ਭਾਵਨਾ ਸੈਂਸਿਟਿਵ ਹੋਏਗੀ ਤਾਂ ਉਹ ਪਕੜੇਗੀ ਦੁੱਖ ਔਰ ਸੁੱਖ ਨੂੰ, ਕਿ ਦੁੱਖ ਚੋਂ ਮੈਨੂੰ ਕਿੰਨੇ ਵਿਕਾਰ ਆਏ, ਕਿੰਨੇ ਵਿਆਕੁਲ ਹੋਇਆ, ਕਿੰਨਾ ਪਰੇਸ਼ਾਨ ਹੋਇਆ, ਕਿੰਨਾ ਟੌਰਚਰ ਹੋਇਆ। ਹੁਣ ਉਸ ਟੌਰਚਰ ਤੋਂ ਮੈਂ ਸਿੱਖਾਂਗਾ ਕਿ ਯਾਰ ਇਹ ਗਲਤ ਜਗ੍ਹਾ ਤੇ ਆ ਗਏ, ਇਹ ਤੇ ਕਿੱਧਰ ਆ ਗਏ, ਅਸੀਂ ਕਿੱਧਰ ਹੋ ਗਏ, ਇਹ ਕੀ ਜਗ੍ਹਾ ਹੈ। ਫਿਰ ਅਸੀਂ ਨਾਮ ਨੂੰ ਲੱਭਾਂਗੇ, ਨਾਮ ਕਮਾਵਾਂਗੇ, ਨਾਮ ਆਪਣੇ ਮਨ 'ਚ ਬਿਠਾਵਾਂਗੇ, ਨਾਮ ਦੀ ਫਾਊਂਡੇਸ਼ਨ ਬਣਾਵਾਂਗੇ, ਨਾਮ ਆਧਾਰ ਬਣਾਵਾਂਗੇ। ਮਹਾਰਾਜ ਕਹਿੰਦੇ ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕੇ ਪਾਵੇ। ਕਹਿੰਦੇ ਨੇ ਪਰਮ ਪੁਰਖ ਹੈ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ, ਇਹ ਕਹਿੰਦੇ ਬੰਦਾ। ਫਿਰ ਇਹਨੂੰ ਖਾਲਸਾ ਵੀ ਕਿਹਾ ਮਹਾਰਾਜ ਨੇ, ਪੂਰਨ ਜੋਤ ਜਗੇ ਘਟ में तब खालसता है ना खालस जाने, कि जिसने कमाई नहीं की पूरी वो काहदा खालसा है। ਤਾਂ ਇਹ ਕਰਮ ਅਸੀਂ ਇਹਦਾ ਅਭਿਆਸ ਆਪਣੇ ਤਰੀਕੇ ਕਰਦੇ ਹਾਂ। ਅਸੀਂ ਰਾਤ ਦੀ ਨੀਂਦਰ ਤਿਆਗ ਦਿੰਦੇ ਹਾਂ, ਕਿਸੇ ਤਰ੍ਹਾਂ ਕੋਸ਼ਿਸ਼ ਕਰਦੇ ਹਾਂ ਕਿ ਤਿਆਗ ਦਈਏ, ਉਸਨੂੰ ਅਭਿਆਸ ਵਿੱਚ ਕਨਵਰਟ ਕਰ ਦਈਏ, ਫਿਰ ਉੱਥੋਂ ਨੀਂਦਰ ਘਟੇ। ਸਭ ਕੁਝ ਕਰਦੇ ਹੋਏ ਅਸੀਂ ਕੁਝ ਸਮਾਂ ਦਈਏ ਲਾਈਫ ਦਾ, ਭਾਵੇਂ ਅੱਧਾ ਘੰਟਾ, ਭਾਵੇਂ 1 ਘੰਟਾ। ਤਾਂ ਮਹਾਰਾਜ ਬ੍ਰਹਮ ਗਿਆਨ ਅਵਸਥਾ ਦੀ ਗੱਲ ਕਰਦੇ ਆ, ਸੁਨ ਸਮਾਧ, ਜਿੱਥੇ ਸਮਾਧੀ ਆ, ਸੁਨ ਹੈ। ਦੁਨੀਆ ਨੂੰ ਹੁਣ ਤਿਆਗ ਦਿੱਤਾ, ਬੈਠ ਗਏ ਔਰ ਮੂੰਦ ਲਿਏ ਦਰਵਾਜ਼ੇ, ਬਾਜੀਏ ਲਿਆ ਅਨਹਦ ਬਾਜੇ, ਗਿਆ ਸਭ ਕੁਝ। ਹੁਣ ਭਾਵੇਂ ਤੁਸੀਂ ਦੇਖੋ ਇਸਲਾਮ ਵਿੱਚ ਉਹ ਕਹਿੰਦਾ ਕਿ 72 ਹੂਰਾਂ ਮਿਲਣਗੀਆਂ, ਸ਼ਰਾਬ ਮਿਲੇਗੀ। ਜਿੰਦੇ ਜੀ ਉਹ ਕਹਿੰਦਾ ਸ਼ਰਾਬ ਨਹੀਂ ਪੀਣੀ। ਮਰਨ ਤੋਂ ਬਾਅਦ ਉਹ ਕਹਿ ਰਿਹਾ ਕਿ ਸਵਰਗ ਵਿੱਚ ਤੈਨੂੰ ਸ਼ਰਾਬ ਮਿਲੇਗੀ ਔਰ ਰੂਹਾਂ ਮਿਲਣਗੀਆਂ, ਹੂਰਾਂ ਮਿਲਣਗੀਆਂ। ਦੱਸੋ, ਕਾਮਨਾ ਨੂੰ ਜਦੋਂ ਜਿਹੜੀ ਚੀਜ਼ ਮੈਨੂੰ ਦੁਨੀਆ ਵਿੱਚ ਮਿਲਦੇ ਹੋਏ ਸੁੱਖ ਨਹੀਂ ਮਿਲੇਗਾ, ਉਹ ਮੈਨੂੰ ਹੈਵਨ ਵਿੱਚ ਕਿਵੇਂ ਮਿਲ ਜਾਏਗਾ, ਸਵਰਗ ਵਿੱਚ ਉਹ ਕਿਵੇਂ ਮਿਲ ਜਾਏਗਾ। ਤੇ ਇਹ ट्रिक है, ट्रिक टू फूल द पर्सन, कि भी तू चलो जिंदे जी नहीं उन्हें कोई पीती, जिंदे जी उन्हें चलो शायद की पता उन्हें समझ आ जाए, बट एक्चुअली इट्स नॉट रियलिटी, इट्स अ लाई। गुरु साहब सानू दसदे है कि भाई यह अवस्था तेरे मन दे अंदर है, यह खेड़ा तेरे अंदर है, यह जोत तेरे अंदर है, इनू कमाना तेरा फर्ज है। भई प्राप्त मानुख दे हुरिया, गोबिंद मिलन की है तेरी बरिया, अवर काज तेरे किते नाकाम, मिल साध संगत भज केवल नाम। वो तो कहते हैं केवल है काम हैगा, पर असी बैलेंस ड्रॉ करना है, जीवन भी जींदे आ। ਤਾਂ ਉਹਦੇ ਲਈ ਗੁਰੂ ਸਾਹਿਬ ਨੇ ਫਿਰ ਸਾਨੂੰ ਇਹ ਵਿਧੀ ਦੱਸੀ ਹੈ ਕਿ ਰੇਮਨ ਐਸੋ ਕਰ ਸੰਨਿਆਸਾ। ਦੇਖਿਆ ਜਾਏ ਤੇ ਸੰਨਿਆਸ ਦੀ ਅਗਰ ਕੋਈ ਡੈਫੀਨੇਸ਼ਨ ਹੈ ਜਿਹੜੀ ਪ੍ਰੈਕਟੀਕਲੀ ਲਿਵੇਬਲ ਹੈ, ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿਹੜਾ ਆਦੇਸ਼ ਹੈ